ਤੇ 18 ਅਕਤੂਬਰ ਨੂੰ ਕਿਸਾਨ ਮੋਰਚੇ ਵੱਲੋਂ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਕੱਲ ਰੇਲਾਂ ਰੋਕੀਆਂ ਜਾਣਗੀਆਂ। ਕਿਹੋ ਜਿਹਾ ਮਾਹੌਲ ਰਹੇਗਾ ਤੁਸੀਂ ਦੱਸ ਦਿਓ। ਕੱਲ 10 ਤੋਂ 4 ਵਜੇ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਰੇਲ ਪਟੜੀਆਂ ਤੇ ਬੈਠ ਕੇ ਰੇਲਾਂ ਰੋਕਣਗੇ। ਇਹਦੇ ਲਈ ਜੇ ਕਿਸੇ ਨੂੰ ਕੋਈ ਸੁਵਿਧਾ ਹੁੰਦੀ ਹੈ ਉਹਨਾਂ ਨੇ ਪਹਿਲਾਂ ਹੀ ਮਾਫੀ ਮੰਗ ਲਈ ਹੈ, ਲੇਕਿਨ ਉਹ ਕਹਿੰਦੇ ਵੀ ਸਾਡਾ ਦੇਖੋ ਜਿਨ੍ਹਾਂ ਦਾ ਭਵਿੱਖ ਖਤਮ ਹੋ ਰਿਹਾ, ਇਹ ਜ਼ਮੀਨਾਂ ਹੀ ਖਤਮ ਹੋ ਜਾਣਗੀਆਂ। ਅਜੇ ਤੱਕ ਲਖੀਮਪੁਰ ਘਟਨਾ ਜਿਹੜੀ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਉਹਨੂੰ ਪੁੱਠੀ ਰੰਗਤ ਦੇਣ ਤੇ ਗੋਦੀ ਮੀਡੀਆ ਨੇ ਪੂਰਾ ਜ਼ੋਰ ਲਾਤਾ। ਆ ਜਿਹੜੀ ਸਿੰਘੂ ਘਟਨਾ ਵਾਪਰੀ, पूरा खालिस्तानियों ने ये किया, खालिस्तानियों ने वो किया, सिखों ने उग्र होके ऐसे कर दिया। नहीं तो फिर जी वोट की चोट है वो इस सरकार के उत्ते जरूर बजेगी, जिवें पश्चिमी बंगाल दे विच जी। ये तो किसान वैसे ही बदनाम किए पे ने, चोर मूड़ियां तो होर ने। ਢਿੱਲੋਂ ਸਾਹਿਬ ट्रांसपोर्ट मंत्री राजा वड़िंग भी काफ़ी एक्शन ਦੇ ਵਿੱਚ ਦਿਖਾਈ ਦੇ ਰਹੇ ਨੇ, ਵੱਖ-ਵੱਖ ਬੱਸ ਅੱਡਿਆਂ ਦਾ ਮੁਆਇਨਾ ਕਰਦੇ ਨੇ ਤੇ ਅੱਜ ਉਹ ਪਹੁੰਚੇ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਉੱਤੇ, ਖੁਦ ਕਾਗਜ਼ ਕੂੜਾ ਚੁੱਕਦੇ ਹੋਏ ਦਿਖਾਈ ਦਿੱਤੇ ਨੇ ਤੇ ਨਾਲ ਹੀ ਉਹਨਾਂ ਨੇ ਹਦਾਇਤਾਂ ਵੀ ਕਈ ਜਾਰੀ ਕੀਤੀਆਂ ਨੇ ਅਧਿਕਾਰੀਆਂ ਨੂੰ। ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ। ਜਦੋਂ ਵੀ ਕੋਈ ਬਦਲਾਅ ਆਉਂਦਾ ਹੈ ਨਾ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਪੁਰਾਣਾ ਮਤਾਵਾਂ ਸੀ ਉਹ ਵਿਹੜੇ ਸਾਫ਼ ਕਰਨ ਤੋਂ ਪਹਿਲਾਂ ਬਨੇਰੇ ਸਾਫ਼ ਕਰਦੀਆਂ ਹੁੰਦੀਆਂ ਸੀ, ਛੱਤਾਂ ਸਾਫ਼ ਕਰਦੀਆਂ ਹੁੰਦੀਆਂ ਸੀ, ਤਾਂ ਕਿ ਛੱਤਾਂ ਦਾ ਗੰਦ ਆ ਕੇ ਵਿਹੜਿਆਂ ਦੇ ਵਿੱਚ ਨਾ ਪਵੇ। ਜੇ ਰਾਜਾ ਵੜਿੰਗ ਮੰਤਰੀ ਹੁੰਦਿਆਂ ਆਪ ਚੱਕ ਰਿਹਾ ਕੂੜਾ ਤਾਂ ਅੱਧਿਆਂ ਨੂੰ ਸ਼ਰਮ ਆਵੇ ਕਿ ਯਾਰ ਅਸੀਂ ਇਹ ਕਿਉਂ ਪਾ ਰਹੇ। ਆਪਾਂ ਤਾਂ ਕਿਹਾ ਸੀ ਨਾ ਵੀ 15 ਲੱਖ ਜਿਹੜੀ ਹੈ ਉਹ ਵੱਧ ਗਈ ਹੈ। ਅੱਜ ਰਾਜੇ ਹੋਰਾਂ ਨੇ ਆਪਦਾ ਬਿਆਨ ਦਿੱਤਾ ਕਿ 40 ਲੱਖ ਤੋਂ ਵੱਧ ਜਿਹੜਾ ਹੈਗਾ ਇਜ਼ਾਫਾ ਹੋ ਗਿਆ PRTC ਦੀ ਆਮਦਨ ਦਾ। ਹਾਲਾਂਕਿ ਔਰਤਾਂ ਫ੍ਰੀ ਜਾ ਰਹੀਆਂ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ। ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਰਾਜਨੀਤੀ ਨਾਲ ਜੁੜੇ ਹੋਏ ਤੇ ਨਾਲ ਹੀ ਸਿਆਸੀ, ਧਾਰਮਿਕ, ਹਰ ਤਰ੍ਹਾਂ ਦੇ ਮੁੱਦੇ ਦੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸ ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਬਣੇ ਹੋਏ ਨੇ। ਅੱਜ ਵੀ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਢਿੱਲੋਂ ਸਾਹਿਬ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਮਿਹਰਬਾਨੀ। ਢਿੱਲੋਂ ਸਾਹਿਬ ਤਿਉਹਾਰਾਂ ਦਾ ਸੀਜ਼ਨ ਆ, ਦੁਸ਼ਹਿਰਾ ਮਨਾ ਕੇ ਹਟੇ ਆ, ਦੀਵਾਲੀ ਕੁਝ ਹੀ ਦਿਨਾਂ ਦੇ ਵਿੱਚ ਆਉਣ ਵਾਲੀ ਹੈ। ਇਸ ਦੇ ਚੱਲਦਿਆਂ ਪਹਿਲਾਂ ਹੀ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਕਿ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਨੇ, ਥਾਂ-ਥਾਂ ਤੇ ਸਟਾਲ ਲੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਸ ਵਾਰ ਪਟਾਕਿਆਂ ਦੀ ਕੀ ਸਥਿਤੀ ਆ, ਕਿੰਨਾ ਕੁ ਘਾਟਾ ਪਿਆ ਇਸ ਇੰਡਸਟਰੀ ਨੂੰ, ਕਿੰਨਾ ਕੁ ਵਾਧਾ ਹੋਇਆ ਹੈ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਕਿਉਂਕਿ ਵੱਡਾ ਜਿਹੜਾ ਇਸ ਵੇਲੇ ਦਾ ਇਸ਼ੂ ਆ, ਇੱਕ ਤਾਂ ਪ੍ਰਦੂਸ਼ਣ ਦਾ ਵੀ ਪਟਾਕਿਆਂ ਦੇ ਨਾਲ ਜੁੜਿਆ ਹੋਇਆ ਤੇ ਦੂਜਾ ਪਟਾਕਿਆਂ ਤੇ ਕਈ ਲੋਕ ਨਿਰਭਰ ਹੁੰਦੇ ਨੇ ਕਿ ਦੀਵਾਲੀ ਦੇ ਨੇੜੇ ਉਹਨਾਂ ਦੀ ਚੰਗੀ ਸੇਲ ਹੋ ਜਾਵੇਗੀ। ਪਟਾਕਿਆਂ ਦਾ ਜਿਹੜਾ ਵਪਾਰ ਹੈ ਹਿੰਦੁਸਤਾਨ ਦੇ ਵਿੱਚ ਉਹ ਕਹਿੰਦੇ 6000 ਕਰੋੜ ਤੋਂ ਜ਼ਿਆਦਾ ਦਾ। ਔਰ ਸਾਡੇ ਜਿਹੜੀਆਂ ਅਥਾਰਟੀਆਂ ਨੇ, ਭਾਵੇਂ ਅਦਾਲਤਾਂ ਹੋਣ, ਜ਼ਿਲ੍ਹਾ ਪ੍ਰਸ਼ਾਸਨ ਹੋਵੇ, ਕੋਈ ਵੀ ਹੈ, ਉਹ ਉਹਨਾਂ ਦਾ ਕੰਮ ਇਹ ਹੈ ਕਿ ਵਿਹੜੇ ਬੈਠੀ ਜੰਝ ਬਿੰਨੋ ਕੁੜੀ ਦੇ ਕੰਨ। ਜਦੋਂ ਇਹ ਬਿਲਕੁਲ ਨੇੜੇ ਆ ਜਾਂਦਾ ਹੈ ਉਸ ਵੇਲੇ ਆ ਕੇ ਕਿਹਾ ਜਾਂਦਾ ਕਿ ਇਹਦੇ ਤੇ ਪਾਬੰਦੀਆਂ ਨੇ। ਪ੍ਰਦੂਸ਼ਣ ਹੁੰਦਾ, ਕੋਈ ਸ਼ੱਕ ਨਹੀਂ ਪ੍ਰਦੂਸ਼ਣ ਹੁੰਦਾ ਹੈਗਾ, ਪਰ ਪਿਛਲੇ ਸਮੇਂ ਤੋਂ ਥੋੜੀ ਜਿਹਾ ਗ੍ਰੀਨ ਪਟਾਕੇ ਆ, ਜਿਹੜੇ ਹਰੇ ਪਟਾਕੇ ਜੀ, ਉਹਨਾਂ ਦਾ ਰਿਵਾਜ ਵੀ ਚੱਲਿਆ, ਜਿਹੜੇ ਸ਼ੋਰ ਤਾਂ ਕਰਦੇ ਨੇ ਪਰ ਉਹ ਪ੍ਰਦੂਸ਼ਣ ਨਹੀਂ ਕਰਦੇ ਜੀ। ਉਸ ਪਾਸੇ ਵੱਲ ਨੂੰ ਸਾਰੇ ਤੁਰੇ ਨੇ। ਹੁਣ ਇਹ ਪਟਾਕਾ ਮੇਰਾ ਖਿਆਲ ਹੈ ਕਿ ਦੋ ਚੀਜ਼ਾਂ ਸੀ, ਹਿੰਦੂ ਤੇ ਸਿੱਖ ਜੀ। ਹਿੰਦੂਆਂ ਦੇ ਵਿੱਚ ਜਦੋਂ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਦੁਬਾਰਾ ਲక్ష్మణ ਜੀ ਮਾਤਾ ਸੀਤਾ ਨਾਲ ਅਯੁੱਧਿਆ ਦੇ ਵਿੱਚ ਆਏ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਵੇ ਜਗਾਏ ਜੀ। ਸਿੱਖਾਂ ਦੇ ਵਿੱਚ ਇਹ ਹੈਗਾ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਗਵਾਲੀਅਰ ਦੀ ਕਿਲੇ ਦੇ ਵਿੱਚ ਕੈਦ ਸਨ, ਉੱਥੋਂ ਦੇ ਰਾਜੇ ਨੇ ਕੀਤੇ ਹੋਏ, ਉਹ ਵੀ 52 ਰਾਜਿਆਂ ਦੇ ਨਾਲ ਉੱਥੋਂ ਮੁਕਤ ਹੋ ਕੇ ਜਦੋਂ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਉਹਨਾਂ ਦੀ ਆਮਦ ਦੇ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ ਜੀ। ਉਸ ਵੇਲੇ ਮੇਰੇ ਖਿਆਲ ਪਟਾਕਾ ਸੱਭਿਆਚਾਰ ਤਾਂ ਨਹੀਂ ਹੋਣਾ। ਹਰ ਮਾਮਲੇ ਦੇ ਵਿੱਚ ਹੌਲੀ ਹੌਲੀ ਜਿਹੜਾ ਹੈਗਾ ਇਹ ਜਿਹੜਾ ਵਪਾਰੀਕਰਨ ਹੈ ਉਹ ਵੱਧ ਜਾਂਦਾ। ਅਸੀਂ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਜੀ, ਆ ਨੇੜਲਾ ਦੇਵੀਗੜ੍ਹ ਦੇ ਕੋਲ ਕਹਿੰਦੇ 20 ਕੁਆਂਟਲ ਦੇ ਕਰੀਬ ਮਿਲਕ ਕੇਕ ਫੜਿਆ ਹੈਗਾ। ਸਿਹਤ ਵਿਭਾਗ ਨੇ ਪੁਲਿਸ ਟੀਮ ਦੇ ਨਾਲ ਲੱਗ ਕੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ
ਜਾਲੀ ਖੋਆ ਸਹਾਰਨਪੁਰ ਤੋਂ ਆਉਂਦਾ ਹੈ, ਉਨਿਆ ਦੁੱਧ ਨਹੀਂ ਪੈਂਦਾ, ਕਹਿੰਦੇ ਵੀ ਜਿੰਨੇ ਦਾ ਉਹ ਖੋਆ ਦੇਈ ਜਾਂਦੇ ਆ, ਦੁੱਧ ਉਦੋਂ ਕਿਤੇ ਮਹਿੰਗਾ ਹੈ। ਸੋ ਉਹਦੇ ਵਿੱਚ ਮਿਲਾਵਟ ਖੋਰੀ ਹੈ। ਜਿਹੜਾ ਸਿਹਤ ਮਹਿਕਮੇ ਦੇ ਅਧਿਕਾਰੀ ਆ ਜਿਹੜੇ ਇਹਦੇ ਲਈ ਵੱਡੇ ਪੱਧਰ ਤੇ ਜ਼ਿੰਮੇਵਾਰ ਨੇ, ਜਿਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਜਿਵੇਂ ਰਾਜਾ ਵੜਿੰਗ ਨੇ ਕੰਮ ਖਿੱਚਿਆ ਨਾ, ਇਸੇ ਤਰ੍ਹਾਂ ਅਸੀਂ ਓਪੀ ਸੋਨੀ ਸਾਹਿਬ ਤੋਂ, ਪਹਿਲਾਂ ਬਲਵੀਰ ਸਿੰਘ ਸਿੱਧੂ ਸੀ, ਹੁਣ ਓਪੀ ਸੋਨੀ ਸਾਹਿਬ ਤੋਂ ਇਸ ਕਿਸਮ ਦੀ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਉਹ ਖਾਣ ਪੀਣ ਵਾਲੀਆਂ ਵਸਤਾਂ ਤੇ ਵੀ ਕਰੇ। ਆਪਾਂ ਗੱਲ ਪਟਾਕਿਆਂ ਦੀ ਕਰਦੇ ਸੀ, ਗੱਲ ਉਧਰ ਚਲੀ ਗਈ। ਸੋ ਇੱਕ ਜਗ੍ਹਾ ਦਾ ਨਾਮ ਹੈਗਾ ਜੀ ਸ਼ਿਵਕਾਸ਼ੀ, ਸ਼ਾਇਦ ਤਾਮਿਲਨਾਡੂ ਚ ਹੈ ਜੀ। ਉੱਥੇ ਕਹਿੰਦੇ ਵੀ ਜਿਹੜਾ 90% ਪਟਾਕਿਆਂ ਦਾ ਸਨਅਤ ਹੈ ਕੁੱਲ ਹਿੰਦੁਸਤਾਨ ਦਾ, ਬਿਲਕੁਲ 45% ਇਸ ਵਾਰ ਘਟ ਗਿਆ। NCR ਦਿੱਲੀ ਪੂਰੇ ਦੇਸ਼ ਦਾ 15% ਭਾਵ 900 ਕਰੋੜ ਦਾ ਵਪਾਰ ਕੱਲਾ ਉੱਥੇ ਹੁੰਦਾ ਹੈਗਾ ਜੀ। ਆਪਣੇ ਇੱਥੇ ਕੁਰਾਲੀ ਬਹੁਤ ਵੱਡਾ ਕੇਂਦਰ ਹੈਗਾ, ਉਹ ਵੀ ਅਫੈਕਟ ਹੋਇਆ। ਦੂਜਾ, ਇਹਦੇ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਦਰਖਾਸਤਾਂ ਮੰਗੀਆਂ ਨੇ ਵੱਖ-ਵੱਖ ਲੋਕਾਂ ਤੋਂ, ਵੀ ਜਿਨ੍ਹਾਂ ਨੇ ਆਪਣੇ ਸਟਾਲ ਲਾਉਣੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਪਟਾਕਾ ਵੇਚਣ ਵਾਸਤੇ। ਪਹਿਲਾਂ ਭੀੜ ਭੜੱਕੇ ਵਾਲੀਆਂ ਜਗ੍ਹਾ ਤੇ ਬਹੁਤ ਜ਼ਿਆਦਾ ਸੀ, ਅਜੇ ਵੀ ਹੈਗੇ ਨੇ ਕਈ ਥਾਵਾਂ ਦੇ ਉੱਤੇ, ਤਾਂ ਸਰਕਾਰਾਂ ਨੇ ਗਰਾਊਂਡ ਖੁੱਲੇ ਨਿਰਧਾਰਿਤ ਕੀਤੇ। ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੇ ਕੋਲੇ ਜਿੱਥੇ ਵੀ ਪਟਾਕਾ ਬਾਜ਼ਾਰ ਲੱਗਦਾ ਤਾਂ ਅੱਗ ਬੁਝਾਊ ਜੰਤਰ, ਭਾਵੇਂ ਜੇ ਵੱਡਾ ਬਾਜ਼ਾਰ ਹੈ ਤਾਂ ਅੱਗ ਬੁਝਾਊ ਗੱਡੀ, ਜੇ ਛੋਟਾ ਹੈਗਾ ਤਾਂ ਅੱਗ ਬੁਝਾਊ ਸਿਲੰਡਰ ਜਿਹੜੇ ਨੇ ਉਹ ਉੱਥੇ ਪਏ ਹੋਣੇ ਜ਼ਰੂਰੀ ਨੇ। ਸੋ ਖੁੱਲੇ ਮੈਦਾਨਾਂ ਦੇ ਵਿੱਚ ਆਪਣੇ ਵੀ ਜਿਹੜੀਆਂ 10-12 ਥਾਵਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ, ਉਹ ਤਕਰੀਬਨ ਸਾਰੀਆਂ ਛੱਤ ਦੀ ਬਿਨਾਂ ਖੁੱਲਾ ਮੈਦਾਨ ਹੀ ਹੁੰਦਾ ਜੀ। ਖੁੱਲੇ ਮੈਦਾਨ ਦੇ ਵਿੱਚ ਇਹ ਸਾਰੇ ਕਾਸੇ ਨੂੰ ਲਾਇਆ ਜਾਂਦਾ ਹੈਗਾ। ਸੋ ਇਹਦੇ ਵਿੱਚ ਵਗਾਰਾਂ ਵੀ ਬਹੁਤ ਨੇ। ਮੈਨੂੰ ਇੱਕ ਪੁਲਿਸ ਦੇ ਛੋਟੇ ਅਫਸਰ ਨਾਲ ਗੱਲ ਹੋਈ, ਉਹ SHO ਪੱਧਰ ਦਾ ਅਧਿਕਾਰੀ ਸੀ। ਉਹ ਕਹਿੰਦਾ ਵੀ ਮੇਰਾ ਤਾਂ ਸਿਰ 1 ਹਫ਼ਤਾ ਹੋ ਗਿਆ, ਰੋਜ਼ ਬੋਰੀਆਂ ਭਰ ਕੇ ਪਟਾਕਾ ਜਿਹੜਾ ਹੈਗਾ ਉਹ ਅਫਸਰਾਂ ਦੀਆਂ ਕੋਠੀਆਂ 'ਚ ਜਾ ਰਹੇ ਨੇ। ਉਹ ਅਫਸਰ ਜਿਹੜੇ ਇਹਦੇ ਤੇ ਪਾਬੰਦੀਆਂ ਲਾਉਂਦੇ ਨੇ ਆਪਣੇ ਘਰਾਂ ਦੇ ਵਿੱਚ ਵਗਾਰ ਦੇ ਰੂਪ 'ਚ, ਤੇ ਫਿਰ ਡਬਲ ਕੀਮਤ ਤੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਜਿਹੜਾ 20 ਰੁਪਈਆਂ ਦਾ ਪਟਾਕਾ ਹੈਗਾ ਉਹ 100 ਰੁਪਏ ਦਾ ਆਪ ਹੀ ਵਿਕੇਗਾ, ਕਿਉਂਕਿ ਉਹਨਾਂ ਨੇ ਵੀ ਤਾਂ ਕਮਾਏ ਹੋਏ ਪੈਸਿਆਂ 'ਚ ਵਗਾਰ ਦੇਣੀ ਹੈ। ਸੋ ਇਸ ਵਾਰ ਇਹ ਵਪਾਰ ਤੇ ਇਫੈਕਟ ਹੋਇਆ। ਅਦਾਲਤਾਂ ਕਹਿੰਦੀਆਂ ਨੇ, ਕਿਉਂਕਿ ਪਹਿਲਾਂ ਆਪਣੇ ਚੱਲਿਆ ਸੀ ਕਿ ਰਾਤ ਨੂੰ 8 ਤੋਂ ਲੈ ਕੇ 10 ਵਜੇ ਤੱਕ 2 ਘੰਟੇ ਦਾ ਸਮਾਂ ਦਿੱਤਾ ਜਾਂਦਾ ਸੀ। ਦੁਸਹਿਰਾ ਲੰਘ ਗਿਆ, ਅੱਗੇ ਦੀਵਾਲੀ ਆ ਰਹੀ ਹੈ, ਦੀਵਾਲੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਆ ਰਿਹਾ ਹੈਗਾ। ਭਾਵ 1 ਮਹੀਨੇ ਦੇ ਵਿੱਚ ਇਹ ਜਿਹੜੇ ਤਿਉਹਾਰ ਨੇ ਉਹ ਸਾਹਮਣੇ ਆ ਰਹੇ ਨੇ। ਪਟਾਕਾ ਵਪਾਰ ਵੀ ਬਹੁਤ ਵੱਡਾ ਵਪਾਰ ਹੈ ਜੀ। ਸੋ ਅਸੀਂ ਤਾਂ ਬੇਨਤੀ ਇਹ ਕਰਾਂਗੇ ਕਿ ਜੇ ਇਹਦਾ ਵਪਾਰ ਜਿਹੜਾ, ਜਾਂ ਤਾਂ ਇਹ ਤੇ ਜੇ ਪਾਬੰਦੀ ਲਾਉਣੀ ਹੈ ਤਾਂ ਅਗਲੀ ਦੀਵਾਲੀ ਤੇ ਲਾ ਦਿਓ ਕਿ ਅੱਜ ਤੋਂ ਪਾਬੰਦੀ ਹੈ, ਜੇ ਜਾਂ ਇਹਦਾ ਬਦਲ ਕੱਢੋ, ਕਿਉਂਕਿ ਬੱਚੇ ਨਹੀਂ ਹਟਦੇ ਜੀ। ਬੱਚਿਆਂ ਨੂੰ ਅਜੇ ਜਾਗਰੂਕਤਾ ਉਨੀ ਨਹੀਂ ਹੈਗੀ। ਦੇਖੋ ਦੇਖੀ ਬੱਚੇ, ਅਸਲ ਬੱਚੇ ਇਹਦੇ ਨਾਲ ਖੇਡਦੇ ਆ, ਨੁਕਸਾਨ ਵੀ ਹੁੰਦੇ ਨੇ, ਅੱਗਾਂ ਵੀ ਲੱਗਦੀਆਂ ਨੇ, ਬਹੁਤ ਕੁਝ ਵਾਪਰਦਾ ਹੈ, ਪਰ ਫਿਰ ਵੀ ਬੱਚੇ ਇਹਦੇ ਤੇ ਨਾਲ ਜਿਹੜਾ ਖੇਡ ਦੇ ਰੂਪ ਦੇ ਵਿੱਚ ਕਰਦੇ ਨੇ। ਚੰਗਾ ਇਹ ਹੋਵੇ ਕਿ ਜੇ ਇਹਨੂੰ ਗ੍ਰੀਨ ਪਟਾਕੇ ਜਿਹੜੇ ਆ ਉਹਨਾਂ ਦਾ ਨਿਰਮਾਣ ਕਰ ਲਿਆ ਜਾਵੇ, ਜਿਹੜੇ ਸੁਰੱਖਿਅਤ ਵੀ ਹੋਣ ਔਰ ਬੱਚਿਆਂ ਨਾਲ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੇ ਤੋਂ ਵੀ ਬਚਾਇਆ ਜਾਵੇ, ਜਾਗਰੂਕਤਾ ਵੀ ਲਿਆਂਦੀ ਜਾਵੇ ਬੱਚਿਆਂ ਨੂੰ ਹੋਰ ਪਾਸੇ ਵੱਲ। ਕਈ ਮੇਰੇ ਮਿੱਤਰ ਨੇ ਜਿਹੜੇ ਦੀਵਾਲੀ ਵਾਲੇ ਦਿਨ ਕੁਝ ਹੋਰ ਨਹੀਂ ਤਾਂ ਉਹ ਕਿਤਾਬਾਂ ਦਾ ਆਦਾਨ ਪ੍ਰਦਾਨ ਕਰਦੇ ਨੇ ਕਿ ਮੈਂ ਤੈਨੂੰ ਯਾਰ ਚੰਗੀਆਂ ਕਿਤਾਬਾਂ ਦੇ ਕੇ ਜਾਣਾ, ਤੁਸੀਂ ਉਹ ਕਿਤਾਬਾਂ ਪੜ੍ਹਿਓ। ਇਹ ਸਾਡੇ ਜਨਮਾਂ ਦੇ ਉੱਤੇ ਵੀ ਹੋਣਾ ਚਾਹੀਦਾ ਹੈ। ਇਹੋ ਜਿਹੇ ਮੌਕੇ ਦੇ ਉੱਤੇ ਮੈਂ ਇਹ ਸਮਝਦਾ ਕਿ ਜਿਹੜਾ ਪ੍ਰਦੂਸ਼ਣ ਐਡੀ ਵੱਡੀ ਪੱਧਰ ਤੇ ਵਾਪਰ ਰਿਹਾ ਹੈ, ਇਹਨੂੰ ਘਟਾਉਣ ਵਾਸਤੇ ਜੇ ਬੂਟੇ ਦਿੱਤੇ ਜਾਣ, ਕਿਤਾਬਾਂ ਦਿੱਤੀਆਂ ਜਾਣ, ਉਹ ਜ਼ਿਆਦਾ ਵਧੀਆ ਹੋਵੇਗਾ। ਨਾਲ ਤਾਂ ਅੱਖਰ ਗਿਆਨ ਦੇ ਵਿੱਚ ਵਾਧਾ ਹੋਵੇਗਾ, ਨਾਲੇ ਕੋਈ ਚੰਗੀ ਗੱਲ ਬੰਦੇ ਸਿੱਖਣਗੇ। ਜੀ ਬਿਲਕੁਲ ਢਿੱਲੋਂ ਸਾਹਿਬ, ਜਿਹੜਾ ਤੁਸੀਂ ਸੁਝਾਅ ਦਿੱਤਾ ਹੈ ਬੂਟੇ ਲਾਉਣ ਵਾਲਾ, ਤਾਂ ਮੈਂ ਤਾਂ ਆਪਣਾ ਅਮਲ ਜ਼ਰੂਰ ਸ਼ੁਰੂ ਕਰੂੰਗਾ। ਇਸ ਦੀਵਾਲੀ ਦੇ ਉੱਤੇ ਮੈਂ ਬੂਟਾ ਜ਼ਰੂਰ ਲਾਊਂਗਾ। ਦਰਸ਼ਕਾਂ ਨੂੰ ਅਪੀਲ ਹੈ ਕਿ ਇੱਕ ਬੂਟਾ ਆਪਣੇ ਆਲੇ ਦੁਆਲੇ ਕਿਸੇ ਖਾਲੀ ਥਾਂ ਦੇ ਉੱਤੇ ਜ਼ਰੂਰ ਲਗਾਉਣ। ਹਰਿਆ ਭਰਿਆ ਵਾਤਾਵਰਨ ਸਾਡਾ ਹੋ ਜਾਏਗਾ। ਕਾਰੋਬਾਰ ਦੀ ਬੂਟਾ ਵੱਡਾ ਲਾਇਆ ਜਾਵੇ ਜੀ। ਇਹ ਬੂਟਾ ਛੋਟਾ ਲਾਉਂਗੇ, ਅੱਗੇ ਸਰਦੀ ਆ ਜਾਣੀ, ਮੱਚ ਜਾਣੀ ਆ। ਆਮ ਤੌਰ ਤੇ 4 ਮਹੀਨੇ ਹੀ ਮੰਨੇ ਜਾਂਦੇ ਨੇ ਕਿ ਜੁਲਾਈ ਤੇ ਅਗਸਤ, ਉਧਰੋਂ ਫਰਵਰੀ ਤੇ ਮਾਰਚ। ਫਰਵਰੀ ਮਾਰਚ 'ਚ ਜਿਹੜਾ ਬੂਟਾ ਲੱਗ ਜਾਂਦਾ ਉਹ ਫਿਰ ਅੱਤ ਦੀ ਗਰਮੀ ਵੀ ਸਹਾਰ ਲੈਂਦਾ, ਇਸੇ ਤਰ੍ਹਾਂ ਅੱਤ ਦੀ ਸਰਦੀ। ਸੋ ਥੋੜਾ ਜਿਹਾ ਵੱਡਾ ਬੂਟਾ ਲਾਇਓ ਜਿਹੜਾ ਸਰਦੀ ਦੇ ਵਿੱਚ
ਜਿਹੜਾ ਹੈਗਾ ਉਹ ਚੱਲ ਸਕੇ। ਜੀ ਬਿਲਕੁਲ ਢਿੱਲੋਂ ਸਾਹਿਬ, ਤੁਸੀਂ ਕਾਰੋਬਾਰ ਦੀ ਗੱਲ ਕੀਤੀ ਹੈ ਤਾਂ ਕਾਰੋਬਾਰ ਲੱਦਾਖ ਦੇ ਵਿੱਚ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਸੈਨਾ ਭੇਜੀ ਗਈ ਹੈ ਸਾਡੀ ਸਰਕਾਰ ਵੱਲੋਂ, ਤਾਂ ਉੱਥੇ ਹੁਣ ਜਿਹੜਾ ਕਾਰੋਬਾਰ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ। ਦੇਖੋ, ਫੌਜ ਵੱਡੀ ਗਿਣਤੀ ਦੇ ਵਿੱਚ ਉੱਥੇ ਲੱਗੀ ਹੈ। ਅੱਜ ਹੀ ਇੱਕ ਅਖਬਾਰ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ। ਉਹ ਕਹਿੰਦੇ ਵੀ 20 ਲੱਖ ਲੀਟਰ ਮਹੀਨੇ ਦੇ ਦੁੱਧ ਦੀ ਖਪਤ ਹੋਣ ਲੱਗ ਗਈ ਜੀ ਲੱਦਾਖ ਦੇ ਵਿੱਚ, ਤੇ 25 ਲੱਖ ਆਂਡੇ ਇੱਕ ਮਹੀਨੇ ਦੇ। ਜੀ ਇਸ ਤੋਂ ਇਲਾਵਾ ਉਹ ਕਹਿੰਦੇ ਵੀ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਕਾਫੀ ਹੈ, ਤੇ 3000 ਕਿਲੋ ਜਿਹੜਾ ਮੀਟ ਹੈ ਉਹ ਮਹੀਨੇ ਦਾ ਖਪਤ ਪਹੁੰਚ ਗਈ ਹੈ। ਇਹਦਾ ਮਤਲਬ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਕਾਰੋਬਾਰੀ ਹੋਣਗੇ ਉਹਨਾਂ ਨੂੰ ਤਾਂ ਮੁਨਾਫਾ ਹੋਇਆ ਹੋਏਗਾ। ਉਹ ਕਾਰੋਬਾਰੀਆਂ ਨੂੰ ਉੱਥੇ ਜਿਵੇਂ ਕਿਹਾ ਜਾਂਦਾ ਨਾ ਵੀ ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਸਵਾਦੀ, ਕਿਸੇ ਨੂੰ ਫੌਜ ਦਾ ਚੁੱਭਦੀ ਹੈ ਤੇ ਕਿਸੇ ਨੂੰ ਉਹਦਾ ਜਿਹੜਾ ਕਾਰੋਬਾਰ ਵੱਧ ਰਿਹਾ ਹੈ ਉਹ ਉਹਦੇ ਵਾਸਤੇ ਚੰਗਾ ਵੀ ਸਾਬਤ ਹੋਵੇਗਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ 15 ਸਾਲ 'ਚ ਸੜਕਾਂ ਨਹੀਂ ਬਣੀਆਂ ਉਹ 15 ਮਹੀਨੇ 'ਚ ਫੌਜ ਨੇ ਬਣਾ ਲਈਆਂ। ਜੀ ਇਹਦਾ ਮਤਲਬ ਜਿਹੜਾ ਇਹ ਕਾਰੋਬਾਰ ਦੇ ਵਿੱਚ ਵਾਧਾ ਹੋਇਆ ਹੈਗਾ, ਉਹ ਲੋਕ ਜਿਨ੍ਹਾਂ ਦਾ ਕਾਰੋਬਾਰ ਵਧਿਆ ਉਹ ਤਾਂ ਇਹ ਕਹਿਣਗੇ ਕਿ ਫੌਜ ਇੱਥੇ ਬੈਠੀ ਰਹੇ, ਪਰ ਅਸੀਂ ਇਹਦੇ ਮਦਈ ਨਹੀਂ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਅਮਨ ਸ਼ਾਂਤੀ ਜਿੰਨੀ ਵੱਧ ਤੋਂ ਵੱਧ ਰਹੇਗੀ ਇਹ ਰਾਜਸੀ ਲੋਕਾਂ ਨੂੰ ਨਹੀਂ ਪਾਏਗੀ। ਜੇ ਦੋਨਾਂ ਮੁਲਕਾਂ ਦੇ ਵਿੱਚ ਸਾਡੇ ਮੇਨ ਤਾਂ ਚੀਨ ਤੇ ਪਾਕਿਸਤਾਨ ਹੀ ਆ ਨਾ, ਜੇ ਅਸੀਂ ਆਪਦੀ ਕੂਟਨੀਤਿਕ ਨੀਤੀ ਦੇ ਰਾਹੀਂ ਉਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ ਰੱਖਾਂਗੇ ਤਾਂ ਮੈਂ ਸਮਝਦਾ ਕਿ ਉਹਦਾ ਚੰਗਾ ਅਸਰ ਹੋਵੇਗਾ, ਲੋਕਾਂ ਨੂੰ ਫਾਇਦਾ ਹੋਵੇਗਾ, ਲੋਕਾਂ ਦੇ ਵਿੱਚ ਇੱਕ ਵਧੀਆ ਪ੍ਰਭਾਵ ਜਾਏਗਾ। ਸੋ ਜਿੰਨਾ ਅਸੀਂ ਇਹ ਰੱਖਿਆ ਦੇ ਉੱਤੇ ਖਰਚ ਕਰ ਰਹੇ ਹਾਂ, ਜੇ ਸਾਡੇ ਆਸ-ਪਾਸ ਦੇ ਨਾਲ ਸੰਬੰਧ ਚੰਗੇ ਹੋਣ ਤਾਂ ਉਹੀ ਖਰਚਾ ਹੋਰ ਪਾਸੇ ਵੱਲ ਤੋਰਿਆ ਜਾ ਸਕਦਾ ਹੈ। ਜਿਵੇਂ ਕੱਲ ਇੱਕ ਟੇਢੀ ਜੀ ਚੂੜੀ ਵੱਡੀ ਸੀਗੀ ਮੋਹਨ ਭਗਵਤ ਸਾਹਿਬ ਨੇ, ਉਹਨਾਂ ਦਾ ਇਸ਼ਾਰਾ ਤਾਂ ਇਹ ਸੀ ਵੀ ਕਹੀਂ ਪੇ ਨਿਗਾਹੇਂ ਕਹੀਂ ਪੇ ਇਸ਼ਾਰਾ। ਉਹ ਕਹਿੰਦੇ ਵੀ ਜਿਹੜੀ ਆਬਾਦੀ ਨੀਤੀ ਆ ਨਾ, ਸਾਨੂੰ ਇਹਦੇ ਤੇ ਹੁਣ ਕੋਈ ਨਾ ਕੋਈ ਆਬਾਦੀ ਤੇ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ। ਇਸ਼ਾਰਾ ਭਾਵੇਂ ਉਹਨਾਂ ਦਾ ਇੱਕ ਵਿਸ਼ੇਸ਼ ਫਿਰਕੇ ਦੇ ਲੋਕਾਂ ਵੱਲ ਹੋਵੇ ਜਿਨ੍ਹਾਂ ਦੇ 2 ਤੋਂ ਵੱਧ ਕਈ ਬੱਚੇ ਹੈਗੇ ਨੇ। ਆਪਣੇ ਦਰਮਿਆਨੇ ਘਰਾਂ ਦੇ ਵਿੱਚ ਜਿਹੜਾ ਬੱਚਿਆਂ ਦੀ ਗਿਣਤੀ ਹੈ ਉਹ ਕਾਫੀ ਹੱਦ ਤੱਕ ਸੀਮਤ ਹੋ ਗਈ ਹੈ। ਪੁਰਾਣਾ ਜ਼ਮਾਨਾ ਹੁੰਦਾ ਸੀ ਤਾਂ 5 ਤੋਂ ਲੈ ਕੇ 7-8 ਤੱਕ ਬੱਚੇ ਅਕਸਰ ਹੋਇਆ ਕਰਦੇ ਸਨ। ਅੱਜ ਦਰਮਿਆਨੇ ਘਰਾਂ ਦੇ ਵਿੱਚ 2 ਤੋਂ ਵੱਧ ਨਹੀਂ ਹੈਗੇ, ਕਈਆਂ ਨੇ ਤਾਂ 1 ਤੇ ਵੀ ਬ੍ਰੇਕ ਲਾ ਦਿੱਤੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਸਾਨੂੰ ਜੇ ਅਸੀਂ ਗੁਆਂਢੀਆਂ ਨਾਲ ਚੰਗੇ ਸੰਬੰਧ ਬਣਾ ਕੇ ਰੱਖੀਏ ਤਾਂ ਬਹੁਤ ਵਧੀਆ ਹੁੰਦਾ। ਇਹੀ ਗੱਲ ਮਹੱਲਿਆਂ 'ਚ ਹੁੰਦੀ ਹੈ। ਆਂਢੀ ਗੁਆਂਢੀ ਮਾੜਾ ਵੀ ਹੋਵੇ, ਜੇ ਉਹਦੇ ਨਾਲ ਥੋੜਾ ਜਿਹਾ ਸਾਡਾ ਸੰਬੰਧ ਚੰਗਾ ਹੋਵੇਗਾ, ਚੰਗਾ ਦਿਨ ਲੱਗਦਾ, ਨਹੀਂ ਤਾਂ ਤੜਕੇ ਉੱਠਣ ਸਾਰ ਮਤਲਬ ਸਿੰਘ ਫਸ ਜਾਂਦੇ ਨੇ, ਔਰ ਸਵੇਰਾ ਵੀ ਖਰਾਬ ਤੇ ਸ਼ਾਮ ਵੀ ਖਰਾਬ। ਜੀ ਢਿੱਲੋਂ ਸਾਹਿਬ, ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਕਾਫੀ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੇ ਨੇ, ਵੱਖ-ਵੱਖ ਬੱਸ ਅੱਡਿਆਂ ਦਾ ਮੁਆਇਨਾ ਕਰਦੇ ਨੇ, ਤੇ ਅੱਜ ਉਹ ਪਹੁੰਚੇ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਉੱਤੇ, ਖੁਦ ਕਾਗਜ਼ ਕੂੜਾ ਚੁੱਕਦੇ ਹੋਏ ਦਿਖਾਈ ਦਿੱਤੇ ਨੇ, ਤੇ ਨਾਲ ਹੀ ਉਹਨਾਂ ਨੇ ਹਦਾਇਤਾਂ ਵੀ ਕਈ ਜਾਰੀ ਕੀਤੀਆਂ ਨੇ ਅਧਿਕਾਰੀਆਂ ਨੂੰ। ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ। ਜਦੋਂ ਵੀ ਕੋਈ ਬਦਲਾਅ ਆਉਂਦਾ ਹੈ ਨਾ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਪੁਰਾਣਾ ਮਤਾਵਾਂ ਸੀ ਉਹ ਵਿਹੜੇ ਸਾਫ਼ ਕਰਨ ਤੋਂ ਪਹਿਲਾਂ ਬਨੇਰੇ ਸਾਫ਼ ਕਰਦੀਆਂ ਹੁੰਦੀਆਂ ਸੀ, ਛੱਤਾਂ ਸਾਫ਼ ਕਰਦੀਆਂ ਹੁੰਦੀਆਂ ਸੀ, ਤਾਂ ਕਿ ਛੱਤਾਂ ਦਾ ਗੰਦ ਆ ਕੇ ਵਿਹੜਿਆਂ ਦੇ ਵਿੱਚ ਨਾ ਪਵੇ। ਜੇ ਅਸੀਂ ਪਹਿਲਾਂ ਵਿਹੜਾ ਸਾਫ਼ ਕਰਤਾ, ਹਨੇਰੀ ਆ ਗਈ ਤਾਂ ਛੱਤਾਂ ਦਾ ਸਾਰਾ ਗੰਦ ਜਿਹੜਾ ਹੈਗਾ ਉਹ ਵਿਹੜੇ ਦੇ ਵਿੱਚ ਆ ਡਿੱਗੇਗਾ। ਇਹ ਉੱਪਰਲੇ ਪਾਸਿਓਂ ਹੈ। ਜੇ ਰਾਜਾ ਵੜਿੰਗ ਮੰਤਰੀ ਹੁੰਦਿਆਂ ਆਪ ਚੱਕ ਰਿਹਾ ਕੂੜਾ ਤਾਂ ਅੱਧਿਆਂ ਨੂੰ ਸ਼ਰਮ ਆਵੇਗੀ ਕਿ ਯਾਰ ਅਸੀਂ ਇਹ ਕਿਉਂ ਪਾ ਰਹੇ ਹਾਂ। ਉਹਨਾਂ ਦੇ ਨਾਲ ਅਧਿਕਾਰੀ ਵੀ ਚੱਕਦੇ ਆ, ਉਹਨਾਂ ਦੇ ਗਨਮੈਨ ਵੀ ਚੱਕਦੇ ਆ। ਇਹ ਇੱਕ ਸੁਨੇਹਾ ਹੈ, ਜਾਗਰੂਕਤਾ ਦਾ ਸੁਨੇਹਾ ਹੈ, ਤੇ ਲੋਕਾਂ ਦੇ ਫਰਜ਼ਾਂ ਪ੍ਰਤੀ ਕਿ ਸਾਡੀਆਂ ਡਿਊਟੀਆਂ ਕੀ ਨੇ ਉਹਦੇ ਪ੍ਰਤੀ ਵੀ ਇੱਕ ਸੁਨੇਹਾ। ਤੁਸੀਂ ਇੱਥੇ ਦੇਖੋ ਕਿ ਲੋਕ ਮੈਨੂੰ ਕਹਿੰਦੇ ਸ਼ਰਮ ਆਉਂਦੀ ਹੈ ਕਿ ਚੰਗੀਆਂ ਵੱਡੀਆਂ ਗੱਡੀਆਂ ਵਾਲੇ ਰਾਤਾਂ ਨੂੰ ਕੌੜਾ ਪਾਣੀ ਦਾ ਘੁੱਟ ਭਰਨ ਤੋਂ ਬਾਅਦ ਜਿੰਨਾ ਸਾਜੋ ਸਮਾਨ ਹੈ ਸਾਰੇ ਦਾ ਸਾਰਾ ਜਿਹੜੇ ਸੜਕ ਤੇ ਖੜਿਆ ਸੜਕ ਤੇ ਸੁੱਟ ਦੇਣਗੇ, ਜੇ ਘਰਾਂ ਕਿਤੇ ਪਾਰਕਾਂ 'ਚ ਖੜਿਆ ਤਾਂ ਪਾਰਕਾਂ 'ਚ ਸੁੱਟ ਜਾਣਗੇ। ਇਹਦੀ ਗੰਦਗੀ ਬਹੁਤ ਪਾਉਂਦੇ ਨੇ, ਇਹ ਅਤਿ ਭਾਗਿਆ ਮਾੜਾ ਹੈਗਾ। ਸੋ ਰਾਜੇ ਵੜਿੰਗ ਨੇ ਜਿਹੜਾ ਉੱਥੇ ਜਾ ਕੇ ਸੁਨੇਹਾ ਦਿੱਤਾ, ਉਹਨਾਂ ਨੇ ਲੋਕਾਂ ਨਾਲ ਵਾਰਤਾ ਵੀ ਕੀਤੀ ਹੈ। ਆਪਾਂ ਤਾਂ ਕਿਹਾ ਸੀ ਨਾ ਵੀ 15 ਲੱਖ ਜਿਹੜੀ ਹੈ ਉਹ ਵੱਧ ਗਈ ਹੈ। ਅੱਜ ਰਾਜੇ ਹੋਰਾਂ ਨੇ ਆਪਦਾ ਬਿਆਨ ਦਿੱਤਾ ਕਿ 40 ਲੱਖ ਤੋਂ ਵੱਧ ਜਿਹੜਾ ਹੈਗਾ ਇਜ਼ਾਫਾ ਹੋ ਗਿਆ PRTC ਦੀ ਆਮਦਨ ਦਾ। ਹਾਲਾਂਕਿ ਔਰਤਾਂ ਫ੍ਰੀ ਜਾ ਰਹੀਆਂ ਨੇ,
ਜੇ 842 ਬੱਸਾਂ ਜਦੋਂ ਨਵੀਆਂ ਆ ਗਈਆਂ, ਉਹਨਾਂ ਨੇ ਸਵਾਰੀਆਂ ਨਾਲ ਗੱਲ ਕਰਦਿਆਂ ਪੁੱਛਿਆ ਤਾਂ ਬਹੁ ਗਿਣਤੀ ਹਾਜ਼ਰ ਸਵਾਰੀਆਂ ਨੇ ਉਹਨੂੰ ਅਸ਼ੀਰਵਾਦ ਦਿੱਤਾ। ਉਹਨੂੰ ਕਿਹਾ ਕਿ ਰਾਜਾ ਤੂੰ ਜੋ ਕੰਮ ਕਰਨ ਲੱਗਿਆ, ਜੇ ਹੁਣ ਤੱਕ ਸਾਰਿਆਂ ਨੇ ਕੀਤਾ ਹੁੰਦਾ ਤਾਂ ਮੇਰਾ ਖਿਆਲ ਰੋਡਵੇਜ਼ ਦੀਆਂ ਦੁੱਗਣੀਆਂ ਬੱਸਾਂ ਬਣ ਜਾਣੀਆਂ ਸੀ। ਸੋ ਇੱਥੇ ਤਾਂ ਨਿੱਜਤਾ ਨੂੰ ਪ੍ਰਮੋਟ ਕੀਤਾ ਗਿਆ। ਅੱਜ ਕੋਈ ਨਿੱਜੀ ਬੱਸ ਵਾਲਾ ਬੋਲਦਾ ਨਹੀਂ, ਇਹਦਾ ਮਤਲਬ ਹਮਾਮ 'ਚ ਨੰਗੇ ਨੇ। ਹਲੇ ਭਾਵੇਂ ਥੋੜਾ ਜਿਹਾ ਇਹ ਨਜ਼ਰ ਆ ਰਿਹਾ ਕਿ ਵਿਰੋਧੀਆਂ ਦੀਆਂ ਬੱਸਾਂ ਜ਼ਿਆਦਾ ਅੰਦਰ ਹੋ ਰਹੀਆਂ ਨੇ, ਹੁਕਮਰਾਨ ਧਿਰ ਦੀਆਂ ਘੱਟ ਨੇ, ਔਰ ਰਾਜੇ ਵੜਿੰਗ ਨੇ ਜੇ ਆਪ ਦਾ ਲੋਕਾਂ ਦੇ ਵਿੱਚ ਭੱਲ ਬਣਾਉਣੀ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਣਾ ਪਊਗਾ। ਜੇ ਅਸੀਂ ਪਿਕ ਐਂਡ ਚੂਜ਼ ਕਰ ਲਿਆ ਵੀ ਆਹ ਸਾਡੇ ਨੇ ਆਹ ਦੂਜੇ ਦੇ ਨੇ, ਫਿਰ ਉਹ ਗੱਲ ਉਨੀ ਨਹੀਂ ਹੋਇਆ ਕਰਦੀ। ਪਰ ਜਿਹੜਾ ਕੁਝ ਉਹਨੇ ਯਤਨ ਕੀਤਾ ਹੈ ਉਹ ਵਾਕਈ ਵਾ ਕਮਾਲ ਹੈ। ਇਹੋ ਜਿਹਾ ਕੰਮ ਜਿਵੇਂ ਮੁੱਖ ਮੰਤਰੀ ਸਾਹਿਬ ਵੀ ਕਰ ਰਹੇ ਨੇ, ਇਹ ਕੰਮ ਬਾਕੀ ਮੰਤਰੀਆਂ ਨੂੰ ਵੀ ਸ਼ੁਰੂ ਕਰ ਦੇਣਾ ਚਾਹੀਦਾ। ਜੇ ਨਹੀਂ ਹੁੰਦਾ ਤਾਂ ਉਹਦੇ ਛੱਡ ਕੇ ਪਾਸੇ ਬੈਠ ਜਾਣ। ਜੇ ਇਹ ਮੁਹਿੰਮ ਲਗਾਤਾਰ ਚੱਲ ਗਈ ਤਾਂ ਰਾਜੇ ਦਾ ਜਿਹੜਾ ਅੱਜ ਦਾ ਬਿਆਨ ਹੈ ਉਹ ਕਹਿੰਦਾ ਵੀ ਮੇਰਾ ਟੀਚਾ ਹੈ ਮੈਂ ਪੀਆਰਟੀਸੀ ਦੀ ਜਿਹੜੀ ਆਮਦਨ ਹੈ ਉਹ 2 ਕਰੋੜ ਪਰ ਡੇ ਤੋਂ ਟਪਾਉਣੀ ਹੈ। ਜੇ ਪਿਛਲੀ ਸਰਕਾਰ ਜਿਹੜੀ ਅਕਾਲੀ ਭਾਜਪਾ ਸੀ ਉਹਦੇ ਵਿੱਚ 77 ਲੱਖ ਤੋਂ ਵੱਧ ਨਹੀਂ ਸੀ ਗਈ, 80 ਦੇ ਆਸ-ਪਾਸ ਰਹੀ ਸੀ। ਜੇ ਉਹ 80 ਲੱਖ ਵਾਲੀ ਨੂੰ 4.5 ਸਾਲ ਦੇ ਵਿੱਚ ਜਦੋਂ ਮਨਜੀਤ ਸਿੰਘ ਨਾਰੰਗ ਮੈਨੇਜਿੰਗ ਡਾਇਰੈਕਟਰ ਹੁੰਦੇ ਸੀ, ਉਹ ਵੀ ਇਹਨੂੰ ਲਗਭਗ 140 ਦੇ ਲਗਭਗ ਜਾਂ ਕਈ ਥਾਂ ਵਾਰ ਤਾਂ 157 ਤੱਕ ਵੀ ਗਈ ਹੈ, ਲੈ ਗਏ ਸੀ। ਤੇ ਰਾਜਾ ਉਹਨੂੰ 185 ਤੱਕ ਲੈ ਗਿਆ। ਉਹ ਕਹਿੰਦਾ ਮੈਂ 2 ਕਰੋੜ ਤੋਂ ਇਹਨੂੰ ਜਲਦੀ ਟਪਾ ਦੇ ਰਿਹਾ। ਜਿਹੜੇ ਗੇਅਰ ਨਾਲ ਉਹ ਗੱਡੀ ਨੂੰ ਲਿਜਾਈ ਜਾ ਰਿਹਾ ਨਾ, ਮੈਨੂੰ ਲੱਗਦਾ ਵੀ ਉਹ 2.5 ਕਰੋੜ ਤੱਕ ਵੀ ਲੈ ਜਾਏਗਾ। ਜੇ 2.5 ਕਰੋੜ ਰੁਪਈਆ ਰੋਡਵੇਜ਼ ਦੀ ਆਮਦਨ ਇੱਕ ਦਿਨ ਦੀ ਹੋ ਗਈ ਪੀਆਰਟੀਸੀ ਦੀ, ਤਾਂ ਮਹੀਨੇ ਦਾ ਕਿੰਨੀ ਹੋ ਗਈ? 75 ਕਰੋੜ ਤੇ ਸਾਲ ਦੀ 900 ਕਰੋੜ। ਤੇ ਫਿਰ ਜਿਹੜੀਆਂ ਮਰਜ਼ੀ ਮੰਗਾਂ ਮੁਲਾਜ਼ਮਾਂ ਦੀਆਂ ਮੰਨ ਲਓ, ਬਿਲਕੁਲ, ਜੇ ਭਾਵੇਂ ਸਾਰੀਆਂ ਹੀ ਬੱਸਾਂ ਏਸੀ ਪਾ ਦਿਓ, ਉਹ ਲੋਕ ਪੈਸੇ ਦੇਣ ਨੂੰ ਤਿਆਰ ਨੇ। ਤੁਸੀਂ ਸਹੂਲਤਾਂ ਦਿਓ। ਆਪਾਂ ਸਵੇਰੇ ਵੀ ਗੱਲ ਇੱਕ ਪ੍ਰੋਗਰਾਮ 'ਚ ਆਪਣੇ 'ਚ ਕੀਤੀ ਸੀ ਕਿ ਦੂਜਾ ਗੱਲ ਜਿਹੜੀ ਲੁੱਟ ਵਾਲੇ ਮਾਮਲੇ ਦੇ ਵਿੱਚ ਉਹਨੇ ਕਹਿਤਾ ਕਿ ਸਾਰੀਆਂ ਖਾਣ ਪੀਣ ਦੀਆਂ ਵਸਤਾਂ ਦਾ ਬਾਕਾਇਦਾ ਇੱਕ ਸੂਚੀ ਲਾਓ। ਇਹ ਵੀ ਇੱਕ ਵੱਡੀ ਗੱਲ ਹੈ। ਜੇ ਕੋਈ ਉਹ ਸੂਚੀ ਤੋਂ ਵੱਧ ਪੈਸੇ ਵਸੂਲੂਗਾ ਤਾਂ ਨਾਲ ਦੀ ਨਾਲ ਉਹ ਦੱਸਿਆ ਜਾਵੇਗਾ। ਸਾਡੇ ਕਲਰ ਵੀ ਇਸ ਗੱਲ ਦੇ ਵਿੱਚ ਕਈ ਵਾਰੀ ਸਾਡੇ ਨਾਲ ਗੱਲ ਕਰਦੇ ਨੇ ਕਿ ਇਹ ਜਿਹੜਾ ਕੰਮ ਉਹਨੇ ਸ਼ੁਰੂਆਤ ਕੀਤੀ ਹੈ ਇਹ ਇੱਕ ਨਿਵੇਕਲਾ ਕਦਮ ਹੈ। ਇਹ ਨਿਵੇਕਲੇ ਕਦਮ ਦੇ ਵਿੱਚ ਧਰਮਿੰਦਰ ਜੀ ਜੇ ਸਾਰੇ ਰਲ ਕੇ ਚੱਲ ਪੈਣ ਤਾਂ ਪੰਜਾਬ ਦੁਆਰਾ ਸੋਨੇ ਦੀ ਚਿੜੀ ਬਣ ਸਕਦਾ ਹੈ। ਪਰ 1980 ਤੋਂ ਬਾਅਦ ਜਿਹੜਾ ਬੇੜਾ ਗਰ ਕੇ ਰਾਜਸੀ ਉਹ ਲੋਕਾਂ ਨੇ ਕੀਤਾ, ਇਹਨੂੰ ਪੰਜਾਬ ਨੂੰ ਕਰਜ਼ਈ ਕਰਤਾ, ਮੁਖਤ ਖੋਰੀ ਦੀ ਜਿਹੜੀ ਆ ਪਾਲਿਸੀ ਨੂੰ ਵਧਾਇਆ। ਹਾਲਾਂਕਿ ਸਰਕਾਰ ਇਸ ਨੇ ਵੀ ਦਿੱਤੀਆਂ ਨੇ, ਪਰ ਜੇ ਤੁਸੀਂ ਕਿਸੇ ਚੀਜ਼ ਦੀ ਆਮਦਨ ਵਧਾ ਲੈਂਦੇ ਹੋ ਉਦੋਂ ਬਾਅਦ ਕੋਈ ਰਹਿਤ ਦਿੰਦੇ ਹੋ, ਕੋਈ ਮਾੜੀ ਨਹੀਂ ਜੀ, ਦਿਓ। ਪਰ ਜਿਹੜਾ ਦਰਮਿਆਨੇ ਲੋਕ ਆ ਆਮ ਤੌਰ ਤੇ ਸਭ ਤੋਂ ਵੱਧ ਉਹ ਪਿਸ ਰਿਹਾ, ਖਿਆਲ ਉਹਦਾ ਵੀ ਰੱਖੋ। ਜਿਹੜਾ ਮੁਕਤ ਲੈ ਰਿਹਾ ਕਿਸਾਨ, ਬਹੁਤ ਗਿਣਤੀਆਂ ਨਾਲ ਮੇਰੀ ਗੱਲ ਹੁੰਦੀ ਆ ਵੱਡੇ ਵੱਡੇ ਇਹਨਾਂ ਦੇ ਆਗੂਆਂ ਨਾਲ ਹੈ, ਉਹ ਕਹਿੰਦੇ ਸਾਨੂੰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦੇ ਦਿਓ, ਅਸੀਂ ਬਿਜਲੀ ਮੁਕਤ ਨਹੀਂ ਮੰਗਦੇ ਜੀ, ਅਸੀਂ ਤੋਂ ਜਿਹੜੇ ਪੈਸੇ ਦੇਵਾਂਗੇ ਬਿਜਲੀ ਲਵਾਂਗੇ। ਇਹ ਤਾਂ ਕਿਸਾਨ ਵੈਸੇ ਹੀ ਬਦਨਾਮ ਕੀਤੇ ਪਏ ਨੇ। ਚੋਰ ਮੋਰੀਆਂ ਤਾਂ ਹੋਰ ਨੇ, ਜਿਵੇਂ ਆ ਕੋਲੇ ਵਾਲੀ ਚੋਰ ਮੋਰੀ ਹੈ, ਜਿਵੇਂ ਲਾਈਨ ਲਾਸਾਂ ਦਾ ਘਾਟਾ ਹੈ, ਲਾਈਨਾਂ ਦਾ ਘਾਟਾ ਹੈ, ਉਹ ਹੈਗਾ। ਜੇ ਅਸੀਂ ਉਸ ਪਾਸੇ ਵੱਲ ਤੁਰਦੇ ਨਹੀਂ, ਆਹ ਰੇਲਾਂ ਦੇ ਉੱਤੇ ਕਰੋੜਾਂ ਰੁਪਈਆ ਕੋਲੇ ਦਾ ਖਰਚਾ ਕੀਤਾ ਜਾ ਰਿਹਾ ਹੈਗਾ ਕਿ ਸਾਰੇ ਰਾਜਾਂ ਦਾ ਹਿੱਸੇਦਾਰੀ ਪਵਾ ਕੇ ਜਿੱਥੋਂ ਕੋਲਾ ਨਿਕਲਦਾ ਹੈ ਉੱਥੋਂ ਆ ਪਿਛਲੀ ਪੰਜਾਬ ਸਰਕਾਰ ਨੇ ਲਾਈਨਾਂ ਦੀ ਸਮਰੱਥਾ ਵਧਾਉਣ ਵੱਲ ਕੋਈ ਯਤਨ ਹੀ ਨਹੀਂ ਕੀਤਾ। ਬਾਹਰਲੇ ਪਾਸਿਓਂ ਸਾਨੂੰ ਕੋਲੇ ਦੇ ਮੁਕਾਬਲੇ ਉਨੇ ਪੈਸਿਆਂ ਦੇ ਵਿੱਚ, ਉਦੋਂ ਘੱਟ ਪੈਸਿਆਂ ਦੇ ਵਿੱਚ ਬਾਹਰੋਂ ਬਿਜਲੀ ਇੱਥੇ ਲਿਆਂਦੀ ਜਾ ਸਕਦੀ ਹੈ, ਕਿਉਂਕਿ ਇਸ ਵੇਲੇ ਹਿੰਦੁਸਤਾਨ 5 ਗ੍ਰਿਡ ਬਣ ਗਏ ਨੇ, ਈਸਟ, ਵੈਸਟ, ਸਾਊਥ ਤੇ ਸੈਂਟਰਲ। ਇਹਦੇ ਨਾਲ ਜਦੋਂ ਮਰਜ਼ੀ ਜਿਹੜੀ ਬਿਜਲੀ ਹੈ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਓ। ਪਰ ਲਾਈਨਾਂ ਵਧਾਉਣ ਦੇ ਮਾਮਲੇ ਦੇ ਵਿੱਚ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁੱਤੀ ਰਹੀ ਤੇ ਮੌਜੂਦਾ ਸਰਕਾਰ ਜੇ ਇਸ ਪਾਸੇ ਵੱਲ ਕਦਮ ਪੁੱਟੇ, ਅੱਜ ਜੇ ਸਾਡੇ ਕੋਲੇ ਬਿਜਲੀ ਆਪਣਾ ਉਤਪਾਦਨ ਘਟ ਗਿਆ, ਜੇ ਦੂਜੇ ਥਾਂ ਤੋਂ ਅਸੀਂ ਬਿਜਲੀ ਲਿਆਉਣੀ ਹੈ ਤਾਂ ਸਾਡੇ ਕੋਲੇ ਉਨੀ ਸਮਰੱਥਾ ਨਹੀਂ ਹੈਗੀ। ਸਮਰੱਥਾ ਸਾਡੇ ਕੋਲੇ ਘੱਟ ਹੈ। ਇਹ ਸਾਰੀ ਕੋਈ 6500 ਮੈਗਾਵਾਟ ਹੈ, ਇਹਨਾਂ ਨੇ 500 ਮੈਗਾਵਾਟ ਦੀ ਸਮਰੱਥਾ 500-600 ਦੀ ਵਧਾਈ ਹੈ। ਜੇ ਇਹਨੂੰ ਹੀ 8000 ਤੇ 10000 ਤੱਕ ਕਰ ਲਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਜਿੱਥੇ
ਓਪਨ ਬਿੱਡ ਦੇ ਵਿੱਚ ਬੋਲੀ ਸਸਤੀ ਬਿਜਲੀ ਸਸਤੀ ਮਿਲਦੀ ਆ ਰਾਤ ਨੂੰ, ਉਹ ਸਸਤੀ ਬਿਜਲੀ ਸਾਡੇ ਕੋਲੇ ਪਹੁੰਚ ਸਕਦੀ ਹੈ। ਜੀ ਢਿੱਲੋਂ ਸਾਹਿਬ, ਨਾਲ ਹੀ ਚਰਚਾ ਕਰਦੇ ਹਾਂ ਮੁਹੰਮਦ ਮੁਸਤਫਾ ਦੀ। ਪੰਜਾਬ ਦੇ ਸਾਬਕਾ ਡੀਜੀਪੀ ਨੇ ਤੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਤਾਂ ਉਹਨਾਂ ਦੀ ਤਕਰਾਰ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਡੀਜੀਪੀ ਸਾਹਿਬ ਨੇ ਸਾਬਕਾ ਮੁੱਖ ਮੰਤਰੀ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਨੇ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਹੈ ਸਾਰਾ ਮਾਮਲਾ, ਕੀ ਲੋੜ ਪੈ ਗਈ ਕਿ ਇੱਕ ਸਾਬਕਾ ਡੀਜੀਪੀ ਨੇ ਸਾਬਕਾ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲੈ ਲਿਆ? ਅਸਲ ਦੇ ਵਿੱਚ ਇਹ ਲੜਾਈ ਅੱਜ ਦੀ ਨਹੀਂ, ਲੜਾਈ ਬਹੁਤ ਪੁਰਾਣੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017 ਦੇ ਵਿੱਚ ਆਈ ਜੀ, ਤਾਂ ਉਸ ਵੇਲੇ ਪੰਜਾਬ ਪੁਲਿਸ ਦਾ ਮੁਖੀ ਲਾਉਣਾ ਸੀ, ਜਿਹਨੂੰ ਅੰਗਰੇਜ਼ੀ 'ਚ ਡੀਜੀਪੀ ਕਹਿੰਦੇ ਆ, ਡਾਇਰੈਕਟਰ ਜਨਰਲ ਆਫ ਪੁਲਿਸ। 3 ਬੰਦਿਆਂ ਦੀ ਉਦੋਂ ਜਿਹੜੀ ਸੀਨੀਅਰਟੀ ਸੀ, ਸੀਨੀਅਰਤਾ ਸੀ, ਉਹਦੇ ਮੁਤਾਬਕ ਮੁਹੰਮਦ ਮੁਸਤਫਾ, ਸਿਧਾਰਥ ਚਟੋਪਾਧਿਆ ਤੇ ਇੱਕ ਦਿਨਕਰ ਗੁਪਤਾ। ਦਿਨਕਰ ਗੁਪਤਾ ਸ਼ਾਇਦ ਐਦੂ ਵੀ ਜੂਨੀਅਰ ਸੀ। ਉਹਨਾਂ ਸਾਰਿਆਂ ਨੂੰ ਪਰੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁਹੰਮਦ ਦਿਨਕਰ ਗੁਪਤਾ ਨੂੰ ਲਾ ਦਿੱਤਾ। ਇਹ ਮੁਸਤਫਾ ਸਾਹਿਬ ਹੋਰੀ ਜਿਹੜੇ ਆ ਉਹ ਅਦਾਲਤਾਂ ਦੇ ਚੱਕਰ 'ਚ ਪੈ ਗਏ, ਭਾਵੇਂ ਉਹਨਾਂ ਨੂੰ ਉਹਦੀ ਰਾਹਤ ਨਹੀਂ ਮਿਲੀ। ਮੌਜੂਦਾ ਸਰਕਾਰ ਨੇ ਆ ਕੇ ਦਿਨਕਰ ਗੁਪਤਾ ਨੂੰ ਉਤਾਰ ਦਿੱਤਾ ਹੈਗਾ। ਉਹਨਾਂ ਦਾ ਇਹ ਰੌਲਾ ਤਾਂ ਉਦੋਂ ਦਾ ਚੱਲਦਾ ਹੈਗਾ। ਬਾਅਦ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਇੱਕ ਧੜਾ ਬਣ ਗਿਆ, ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ, ਤਾਂ ਨਵਜੋਤ ਸਿੰਘ ਸਿੱਧੂ ਧੜੇ ਦੇ ਨਾਲ ਮੁਸਤਫਾ ਸਾਹਿਬ ਖੜ ਗਏ। ਉਹਨਾਂ ਦੇ ਧਰਮ ਪਤਨੀ ਬੀਬੀ ਰਜੀਆ ਸੁਲਤਾਨਾ ਮਲੇਰਕੋਟਲੇ ਤੋਂ ਵਿਧਾਇਕ ਵੀ ਨੇ, ਤੇ ਕੈਪਟਨ ਸਾਹਿਬ ਦੀ ਸਰਕਾਰ ਤੇ ਹੁਣ ਦੀ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਵੀ ਉਹ ਮੰਤਰੀ ਨੇ। ਉਹ ਕਹਿੰਦੇ ਆ ਕਿ ਇਹਨਾਂ ਦੇ ਜਿਹੜੇ ਸਿਪਾ ਸਲਾਰ ਸੀ ਬੜੇ ਖਾਸਮ ਖਾਸ ਕਰ ਰਾਣਾ ਸੋਢੀ ਨੇ 19 ਮਾਰਚ ਨੂੰ ਇਹਨਾਂ ਨੂੰ ਬੀਬੀ ਰਜੀਆ ਸੁਲਤਾਨ ਨੂੰ ਧਮਕੀ ਦਿੱਤੀ ਕਿ ਤੁਸੀਂ ਸਿੱਧੂ ਦਾ ਖੜਾ ਛੱਡ ਦਿਓ। ਫਿਰ ਕਹਿੰਦੇ ਵੀ 19 ਮਾਰਚ ਨੂੰ 16 ਮਈ ਨੂੰ ਜਿਹੜਾ ਹੈਗਾ ਕੈਪਟਨ ਸੰਦੀਪ ਸੰਧੂ ਜਿਹਨੇ ਪ੍ਰਗਟ ਸਿੰਘ ਨੂੰ ਵੀ ਜਿਹੜੀ ਆ ਧਮਕੀ ਦਿੱਤੀ ਸੀ। ਇਹਦਾ ਮਤਲਬ ਇਹ ਕਲੀਅਰ ਹੋ ਗਿਆ ਕਿ ਉਹ ਕੈਪਟਨ ਸਾਹਿਬ ਦੇ ਕਹਿਣ ਤੇ ਹੀ ਇਹ ਸਾਰਾ ਕੁਝ ਕਰਦੇ ਸੀ। ਕੱਟਾ ਕੀਲੇ ਦੇ ਜੋਰ ਤੇ ਤੀਂਗੜਦਾ ਹੁੰਦਾ। 11 ਅਗਸਤ ਨੂੰ ਕਹਿੰਦੇ ਰਾਣੇ ਸੋਢੀ ਦੇ ਜਿਹੜਾ ਮੁੰਡਾ ਹੈਗਾ ਉਹਨੇ ਹੀਰਾ ਸੋਢੀ ਨੇ। ਸੋ ਇਹ ਗੱਲਾਂ ਉਹ ਸਾਰੀਆਂ ਲਾਉਂਦੇ ਨੇ। ਉਹਨਾਂ ਨੇ ਇਹਦੇ ਤੇ ਕਿਹਾ ਕਿ ਬਾਰ-ਬਾਰ ਵੀ ਤੈਨੂੰ ਪੁੱਠਾ ਟੰਗ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਕਾਫੀ ਕੁਛ ਇਹਦੇ ਵਿੱਚ ਕਿਹਾ। ਤੇ ਉਹਨਾਂ ਨੇ ਇੱਕ ਸ਼ੇਅਰ ਵੀ ਪੜਿਆ, ਉਹ ਅੱਜ ਚਰਚਾ ਦਾ ਵਿਸ਼ਾ। ਉਹ ਕਹਿੰਦਾ, ਨਾ ਪੂਛ ਮੇਰੇ ਸਬਰ ਕੀ ਬੁਸ਼ਤ ਕਹਾਂ ਤੱਕ ਹੈ, ਸਤਾ ਕਰ ਦੇਖ ਲੈ ਜ਼ਾਲਮ ਤੇਰੀ ਤਾਕਤ ਕਹਾਂ ਤੱਕ ਹੈ। ਕਹਿੰਦਾ ਸਿਤਮਗਰ ਤੁझसे उम्मीद ए कर्म होगी जिन्हें होगी, हमें तो देखना ये है कि तुम ਜ਼ਾਲਮ ਕਹਾਂ ਤੱਕ ਹੈ। ਸੋ ਇਹ ਸ਼ੇਅਰ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੈਗਾ। ਉਹਨਾਂ ਨੇ ਕਿਹਾ ਕਿ ਮੇਰੇ ਕੋਲ 500 ਪੰਨਿਆਂ ਦਾ ਪਲੰਦਾ ਪਿਆ, ਕੈਪਟਨ ਸਾਹਿਬ ਬਸ ਕਰੋ, ਰਹਿਣ ਦਿਓ। ਜੇ ਮੈਂ ਉਹ ਪਲੰਦਾ ਲਿਆ ਕੇ ਖੋਲਤਾ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ। ਇਹ ਲਗਾਤਾਰ ਜਿਹੜਾ ਇਹਨਾਂ ਦੀ ਖਿੱਚੋਤਾਣ ਹੈ ਉਹ ਚੱਲ ਰਹੀ ਹੈ। ਪਹਿਲਾਂ ਇਹ ਲੜਾਈ ਘੱਟ ਸੀ, ਜਦੋਂ ਤੋਂ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਨੇ ਤੇ ਸਿੱਧੂ ਸਾਹਿਬ ਪ੍ਰਧਾਨ ਬਣ ਗਏ ਨੇ, ਇਹ ਧੜਾ ਕਹਿੰਦੇ ਸਿੱਧੂ ਦੇ ਨਾਲ ਖੜ ਗਿਆ, ਪ੍ਰਗਟ ਤੇ ਸਿੱਧੂ ਨਾਲ। ਸੋ ਇਹ ਜਿਹੜਾ ਮੁਸਤਫਾ ਸਾਹਿਬ ਨੇ ਅੱਜ ਇੱਕ ਵੱਡੀਆਂ ਮਜਾਇਲਾਂ ਜਿਹੜੀਆਂ ਨੇ ਉਹ ਕੈਪਟਨ ਤੇ ਉਹਨਾਂ ਦੇ ਸਿਪਾ ਸਲਾਰਾਂ ਵੱਲ ਨੂੰ ਛੱਡੀਆਂ ਨੇ। ਜੀ ਢਿੱਲੋਂ ਸਾਹਿਬ, ਨਾਲ ਹੀ ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਉਸ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਤੁਹਾਡੇ ਤੋਂ ਜਾਣਨਾ ਚਾਹਾਂਗੇ। ਨਵਜੋਤ ਸਿੱਧੂ ਨੇ ਇਹ ਜਿਹੜੀ ਚਿੱਠੀ ਲਿਖੀ ਹੈ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ 18 ਨਕਾਤੀ ਪ੍ਰੋਗਰਾਮ ਹੈਗਾ ਉਹਦੇ ਵਿੱਚੋਂ ਜਿਹੜਾ 13 ਨਕਾਤੀ ਪ੍ਰੋਗਰਾਮ ਹੈ ਉਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਹੱਲ ਕਰੇ। ਸਰਕਾਰ ਉਸ ਪਾਸੇ ਤੁਰਨੀ, ਮਤਲਬ ਇਨਡਾਇਰੈਕਟ ਰੂਪ ਦੇ ਵਿੱਚ ਉਹਨਾਂ ਨੇ ਚੰਨੀ ਸਾਹਿਬ ਦੀ ਸ਼ਿਕਾਇਤ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਮਾਈਨਿੰਗ, ਬੇਅਦਬੀ, ਨਸ਼ਾ, ਬਿਜਲੀ ਤੇ ਮਾਈਨਿੰਗ ਮਾਫੀਆ ਆਦਿ, ਇਹ ਸਾਰੇ ਉਹਨਾਂ ਨੇ ਉਠਾਏ ਨੇ। ਬੇਰੁਜ਼ਗਾਰੀ, ਮੁਲਾਜ਼ਮਾਂ ਦੀਆਂ ਮੰਗਾਂ ਵਗੈਰਾ ਵਗੈਰਾ, ਇਹ ਸਾਰਾ ਉਹਦੇ 'ਚ ਉਠਾਇਆ ਹੈਗਾ। ਉਹਨਾਂ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਉਹਨਾਂ ਨੇ ਕਈ ਚੈਨਲਾਂ ਦੇ ਉੱਤੇ ਇੰਟਰਵਿਊ 'ਚ ਦੱਸਿਆ ਕਿ ਹਾਂ ਸਿੱਧੂ ਸਾਹਿਬ ਨੇ ਇਹ ਮਾਮਲਾ ਉਠਾਇਆ ਤੇ ਸੋਨੀਆ ਗਾਂਧੀ ਤੋਂ ਮੀਟਿੰਗ ਦਾ ਸਮਾਂ ਵੀ ਮੰਗਿਆ ਹੈਗਾ। ਸੋ ਧਰਮਿੰਦਰ ਜੀ, ਇਹਦੇ ਵਿੱਚ ਮੈਂ ਸਮਝਦਾ ਕਿ ਜਦੋਂ ਤੋਂ ਕਿਤੇ ਨਾ ਇੱਕ ਪੰਜਾਬੀ ਦੀ ਕਹਾਵਤ ਆ ਵੀ ਵਕਤੋਂ ਖੁੰਝੀ ਡੂਬਣੀ ਗਾਵੇ ਆਲਪਤਾਲ। ਸਿੱਧੂ ਸਾਹਿਬ ਦਾ ਨਿਸ਼ਾਨਾ ਬੜਾ ਕਲੀਅਰ ਸੀ। ਸਿੱਧੂ ਸਾਹਿਬ ਨੂੰ 2022 ਦੇ ਮੁੱਖ ਮੰਤਰੀ ਨਜ਼ਰ ਆਉਣ ਲੱਗ ਗਏ ਸੀ। ਸਿੱਧੂ ਸਾਹਿਬ ਨੇ ਜਦੋਂ ਬੜੀ ਸਫਲਤਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰ ਲਿਆ, ਕਿਉਂਕਿ ਹਾਈ ਕਮਾਂਡ ਸੋਨੀਆ ਗਾਂਧੀ
ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਵਗੈਰਾ ਵਗੈਰਾ, ਇਹ ਸਾਰੇ KC ਬੇਨੂਗੋਪਾਲ ਜਿਹੜੇ ਜਨਰਲ ਸੈਕਟਰੀ ਨੇ, ਮਿਸਟਰ ਅਗਰਵਾਲ ਰਾਜਸਥਾਨ ਵਾਲੇ ਜਿਹੜੇ ਜਨਰਲ ਸੈਕਟਰੀ ਨੇ ਪਾਰਟੀ ਦੇ, ਇਹ ਸਾਰੇ ਸਿੱਧੂ ਸਾਹਿਬ ਦੇ ਹੱਕ 'ਚ ਸੀ ਕਿ ਕੈਪਟਨ ਸਾਹਿਬ ਦੇ ਹੁੰਦਿਆਂ ਜਿਹੜਾ ਪ੍ਰਸ਼ਾਂਤ ਕਿਸ਼ੋਰ ਨੂੰ ਇੱਥੇ ਲਿਆਂਦਾ ਸੀ ਉਹਨਾਂ ਨੇ ਸਲਾਹਕਾਰ ਬਣਾ ਕੇ, ਉਹਨੇ ਵੀ ਆਪਣੀ ਰਿਪੋਰਟ ਦਿੱਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਚੋਣ ਨਹੀਂ ਜਿੱਤ ਸਕਦੀ। ਸੋ ਕੈਪਟਨ ਸਾਹਿਬ ਨੂੰ ਬਦਲ ਲਿਆ ਗਿਆ। ਉੱਥੋਂ ਤੱਕ ਸਿੱਧੂ ਸਾਹਿਬ ਬਿਲਕੁਲ ਠੀਕ ਚੱਲੇ ਨੇ, ਬਹੁਤ ਕਾਫੀ ਅੱਗੇ ਤੱਕ ਗਏ ਨੇ। ਪਰ ਜਦੋਂ ਮੁੱਖ ਮੰਤਰੀ ਬਣਾਉਣ ਦਾ ਮਾਮਲਾ ਆਇਆ, ਉਸ ਵੇਲੇ ਆ ਕੇ ਸਿੱਧੂ ਸਾਹਿਬ ਨੇ ਜਿਹੜਾ ਅੰਦਰਲਾ ਦਰਦ ਮੁੱਖ ਮੰਤਰੀ ਵਾਲਾ ਉਹ ਝਲਕ ਪਿਆ ਵੀ ਜਿਹੜਾ ਜੇ ਸਕਸੈਸ ਦੇਖਣੀ ਆ ਤਾਂ ਭਗਵਾਨ ਸਿੰਘ ਸਿੱਧੂ ਦੇ ਮੁੰਡੇ ਨੂੰ ਬਣਾ ਕੇ ਵੇਖਦੇ। ਤਾਂ ਇਸ ਕਰਕੇ ਹੁਣ ਜਿਵੇਂ ਚੰਨੀ ਸਾਹਿਬ ਨੇ, ਰਾਜਾ ਵੜਿੰਗ, ਉਹਨਾਂ ਦੀ ਸਾਰੀ ਟੀਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਕੁ ਨੂੰ ਛੱਡ ਕੇ, ਉਹਦੇ ਤੋਂ ਲੱਗਦਾ ਹੈ ਕਿ ਕਿਸੇ ਹੱਦ ਤੱਕ ਜਿਹੜਾ ਹੈਗਾ ਸਿੱਧੂ ਸਾਹਿਬ ਪਛੜਦੇ ਜਾ ਰਹੇ ਨੇ, ਗਲਤ ਦਾ ਖੇਡ ਬੈਠੇ। ਜੇ ਉਹਨੂੰ ਸੁਖਜਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਂਦੇ ਸੀ, ਬਣਾ ਲੈਂਦੇ, ਸੁਨੀਲ ਜਾਖੜ ਨੂੰ ਬਣਾਉਂਦੇ ਸੀ, ਬਣਾ ਲੈਂਦੇ, ਪਰ ਉਹ ਜਿਹੜਾ ਦਾਅ ਚੱਲਿਆ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਇਸ ਦੇ ਵਿੱਚ ਮੇਰਾ ਦਾਅ ਲੱਗ ਸਕਦਾ ਹੈਗਾ, ਉਹ ਦਾਅ ਲੱਗਿਆ ਨਹੀਂ। ਗੁਰੂ ਸਾਹਿਬ ਦੀ ਤੁਕ ਆਪਾਂ ਅਕਸਰ ਕਹਿੰਦੇ ਹੁੰਦੇ ਆ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ। ਸਿੱਧੂ ਸਾਹਿਬ ਦੇ ਸਮੇਤ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਮਤਲਬ ਬਹੁਤ ਲੰਬੀਆਂ ਜੀਭਾਂ ਕੱਢ ਕੇ ਲੱਗੇ ਪਏ ਨੇ ਕਿ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਹੋ ਜਾਵੇ, ਪਰ ਅਕਾਲ ਪੁਰਖ ਨੇ ਜਿਹਨੂੰ ਬਖਸ਼ਿਸ਼ ਕਰਨੀ ਹੈ ਉਹਨੂੰ ਉਹ ਦੇ ਦਿੰਦਾ ਹੈਗਾ। ਪਤਾ ਨਹੀਂ ਅਗਲੇ ਸਮੇਂ ਦੇ ਵਿੱਚ ਕਿਹਨੂੰ ਉਹ ਚੰਨੀ ਸਾਹਿਬ ਨੂੰ ਬਰਕਰਾਰ ਰੱਖਦਾ, ਸਿੱਧੂ ਸਾਹਿਬ ਨੂੰ ਲਿਆਉਂਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਕੁਰਸੀ ਤੇ ਬਿਰਾਜਮਾਨ ਹੁੰਦੇ ਨੇ, ਜਾਂ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਅਜੇ ਤੱਕ ਤਾਂ ਚਿਹਰਾ ਨਹੀਂ ਐਲਾਨਿਆ, ਉੱਥੇ ਵੀ ਸਭ ਤੋਂ ਵੱਡੀ ਜੀਭ ਭਗਵੰਤ ਮਾਨ ਦੀ ਕੱਢੀ ਹੋਈ ਹੈ। ਕੀ ਇਹਨਾਂ ਦੇ ਵਿੱਚੋਂ ਕਿਹੜਾ ਬੰਦਾ ਉੱਥੇ ਆਉਂਦਾ, ਜਾਂ ਇਹਨਾਂ ਸਾਰਿਆਂ ਨੂੰ ਪਾਸੇ ਕਰਕੇ ਕੋਈ ਨਵਾਂ ਚਿਹਰਾ ਹੀ ਬਾਜੀ ਨਾ ਮਾਰ ਜਾਵੇ, ਤੇ ਉਸ ਵੇਲੇ ਇਹ ਸਮਾਂ ਦੱਸੇਗਾ। ਜੀ ਟੋਲ ਸਾਹਿਬ, ਸਮਾਂ ਸਾਡਾ ਪ੍ਰੋਗਰਾਮ ਦਾ ਬੜਾ ਘੱਟ ਰਹਿ ਗਿਆ। ਮੁੱਦੇ ਦੋ ਅਹਿਮ ਬਾਕੀ ਨੇ, ਉਹਨਾਂ ਦਾ ਚਰਚਾ ਜ਼ਰੂਰ ਕਰਾਂਗੇ। ਇੱਕ ਮੁੱਦਾ ਇਹ ਹੈ ਕਿ ਹਰਿਆਣਾ ਦੇ ਜੀਂਦ ਦੇ ਵਿੱਚ SC ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਬਾਈਕਾਟ ਕੀਤਾ ਗਿਆ ਹੈ, ਜਿਨ੍ਹਾਂ ਨੇ ਹੁਣ ਮੋਰਚਾ ਖੋਲ੍ਹ ਦਿੱਤਾ ਹੈ ਆਪਣੇ ਹੱਕਾਂ ਵਾਸਤੇ। ਉਹ ਜੀਂਦ ਜਿਹੜਾ ਮਿੰਨੀ ਸਕੱਤਰ ਆ ਉਹਦੇ ਸਾਹਮਣੇ ਇੱਕ ਤੇ ਜਾ ਕੇ ਬੈਠ ਗਏ। ਗੁਰਮੀਤ ਸਿੰਘ ਐਂਡ ਅਦਰਜ ਕੋਈ ਵਿਅਕਤੀ ਹੈ, ਉਹਨਾਂ ਨੇ ਕੀ ਕੀਤਾ, ਪਿੰਡ ਦੇ ਵਿੱਚ ਇੱਕ ਤਾਂ ਮਤਾ ਪਾਤਾ ਕਿ ਇਹ ਨਾ ਸਾਡੇ ਖੇਤਾਂ 'ਚ ਵੜਨਗੇ, ਨਾ ਇਹ ਸਾਡੇ ਘਰਾਂ 'ਚ ਆਉਣਗੇ। 200 ਦੇ ਕਰੀਬ ਉਹ ਘਰ ਪਰਿਵਾਰ ਹੈਗਾ। ਉਹਨਾਂ ਨੇ ਕੇਸ ਦਰਜ ਕਰਾਤਾ। ਉਹਨਾਂ ਦੇ ਕੇਸ ਦੇ ਨਾਲ ਇੱਕ ਕ੍ਰਾਸ ਕੇਸ ਪੁਲਿਸ ਨੇ ਦਬਾਅ ਦੇ ਹੇਠ ਉਹਨਾਂ ਤੇ ਵੀ ਦਰਜ ਕਰਤਾ। ਫਿਰ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਦੋਨਾਂ ਧਿਰਾਂ ਨੂੰ ਨੋਟਿਸ ਦੇ ਕੇ ਬੁਲਾਇਆ ਉੱਥੇ ਵੀ ਤੁਸੀਂ ਆਓ। ਨਾਲ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਇਹਨਾਂ ਦੇ ਨਾਲ ਵਰਤੇਗਾ, ਉਹਨਾਂ ਦੀ ਮਹਾ ਪੰਚਾਇਤ ਨੇ ਕੋਈ ਪੰਚਾਇਤ ਕੀਤੀ ਗਈ, ਉਹਦੇ ਵਿੱਚ 11,000 ਰੁਪਇਆ ਜੁਰਮਾਨਾ ਕਰਤਾ ਵੀ ਜਿਹੜਾ ਇਹਨਾਂ ਦੇ ਨਾਲ ਵਰਤੇਗਾ। ਸਭ ਤੋਂ ਜਿਹੜਾ ਮਾੜਾ ਪੱਖ ਹੋਇਆ ਉਹ ਇਹ ਹੈ ਕਿ ਪਿੰਡ ਦੀਆਂ ਜਿੰਨੀਆਂ ਦੁਕਾਨਾਂ ਨੇ, ਸਕੂਲ ਨੇ, ਉਹਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਪਿੰਡ ਦੀਆਂ ਦੁਕਾਨਾਂ ਤੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਰਾਸ਼ਨ ਲੈਣ ਵਾਸਤੇ ਵੀ ਉਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਹੈਗਾ ਜਾਂ ਕਿਤੇ ਹੋਰ ਜਾਣਾ ਪੈਂਦਾ ਹੈ। ਇਹਦੇ ਵਿੱਚ ਪੁਲਿਸ ਦਾ ਮਿਸਟਰ ASP ਨੇ ਨਤੀਸ਼ ਅਗਰਵਾਲ, ਉਹ ਕਹਿੰਦੇ ਵੀ ਅਸੀਂ ਦੋਨਾਂ ਧਿਰਾਂ ਨੂੰ ਬੁਲਾ ਕੇ ਕੋਈ ਇਹਦਾ ਵਿਚਲਾ ਰਸਤਾ ਕੱਢਣ ਦਾ ਯਤਨ ਕੀਤਾ ਜਾ ਰਿਹਾ। ਲੇਕਿਨ ਉਧਰੋਂ ਹਾਈ ਕੋਰਟ ਨੇ ਵੀ ਇਸ ਦਾ ਮਤਲਬ ਨੋਟਿਸ ਲਿਆ। ਹਾਈ ਕੋਰਟ ਕੀ ਫੈਸਲਾ ਕਰਦੀ ਹੈ, ਜਾਂ ਪੁਲਿਸ ਤੇ ਜਾਂ ਇਹ ਮਿਲ ਬੈਠ ਕੇ ਕੋਈ ਇਹਦਾ ਰਾਹ ਇਹਨਾਂ ਨੂੰ ਕੱਢ ਲੈਣਾ ਚਾਹੀਦਾ। ਇਹ ਸਾਰੇ ਲੋਕ ਸਾਡਾ ਅਨਿੱਖੜਵਾਂ ਅੰਗ ਨੇ। ਜੇ ਇਸ ਤਰ੍ਹਾਂ ਅਸੀਂ ਲੋਕਾਂ ਦਾ ਬਾਈਕਾਟ ਕਰਨ ਲੱਗ ਗਏ, ਪਿੰਡਾਂ ਦੇ ਵਿੱਚੋਂ ਬਾਈਕਾਟ ਕਰਨ ਲੱਗ ਗਏ, ਇਹ ਤੇ ਇਹਨਾਂ ਦੇ ਨਾਲ ਸਾਡਾ ਬਹੁਤ ਆਪਸੀ ਰਿਸ਼ਤੇ ਬਹੁਤ ਗੂੜ੍ਹੇ ਨੇ। ਸਾਰੇ ਪਿੰਡਾਂ ਦੇ ਵਿੱਚ ਜਿਹੜਾ ਇਹ ਦਲਿਤ ਵਰਗ ਹੈ, ਉਹਨਾਂ ਦਾ ਨਿਰਭਰਤਾ ਆਮ ਤੌਰ ਤੇ ਕਿਸਾਨਾਂ ਤੇ ਹੀ ਹੁੰਦੀ ਹੈ। ਉਹ ਕੰਮ ਕਿਸਾਨਾਂ ਦੇ ਨਾਲ ਰਲ ਕੇ ਕਰਦੇ ਨੇ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਉਲਟ ਤੁਸੀਂ ਕਰ ਰਹੇ ਹੋ। ਇਹਦਾ ਕੋਈ ਮਿਲ ਬੈਠ ਕੇ ਜੇ ਕੋਈ ਗਲਤੀਆਂ ਹੋਈਆਂ ਨੇ, ਉਹ ਗਲਤੀਆਂ ਸਵੀਕਾਰੀਆਂ ਜਾਣ, ਭਾਵੇਂ ਦਲਿਤ ਵਰਗ ਤੋਂ ਹੋਈਆਂ ਨੇ ਜਾਂ ਜਿਹੜੇ ਦੂਸਰਾ ਵਰਗ ਹੈ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਇਹਨਾਂ ਨੂੰ ਅਸੀਂ ਬਾਈਕਾਟ ਰੱਖਣਾ, ਦੋਨਾਂ ਨੂੰ ਬੈਠ ਕੇ ਕੋਈ ਵਿਚਲਾ ਰਾਹ ਕੱਢਣ ਦਾ ਯਤਨ ਕਰਨਾ ਚਾਹੀਦਾ। ਜੀ ਟੋਲ ਸਾਹਿਬ, ਜਾਂਦੇ ਜਾਂਦੇ ਗੱਲ ਕਰਾਂਗੇ ਅਹਿਮ ਖਬਰ ਦੇ ਉੱਤੇ। 18 ਅਕਤੂਬਰ ਦਾ ਦਿਨ ਹੈ ਕੱਲ੍ਹ, ਤੇ 18 ਅਕਤੂਬਰ ਨੂੰ ਕਿਸਾਨ ਮੋਰਚੇ ਵੱਲੋਂ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਕੱਲ੍ਹ ਰੇਲਾਂ ਰੋਕੀਆਂ ਜਾਣਗੀਆਂ। ਕਿਹੋ ਜਿਹਾ ਮਾਹੌਲ ਰਹੇਗਾ, ਤੁਸੀਂ ਦੱਸ ਦਿਓ। ਦੇਖੋ, ਇਹਦੇ ਬਾਰੇ ਕਿਸਾਨਾਂ ਨੇ ਪਹਿਲਾਂ ਕਹਿ ਦਿੱਤਾ ਅੱਜ ਤੋਂ 10 ਦਿਨ ਪਹਿਲਾਂ ਕਿ ਜਿਹੜਾ ਨਵੇਂ ਪ੍ਰੋਗਰਾਮ ਉਹਨਾਂ ਨੇ ਉਲੀਕਿਆ, ਉਹਦੇ ਵਿੱਚ 26 ਤਰੀਕ ਨੂੰ ਲਖਨਊ ਦੇ ਵਿੱਚ ਹੋਣੀ ਹੈ ਮਹਾ ਪੰਚਾਇਤ, ਤੇ ਇਹ 15 ਤਰੀਕ ਨੂੰ ਰੱਖਿਆ ਸੀ ਉਹਨਾਂ ਨੇ ਰਾਵਣ ਦੀ ਥਾਂ ਤੇ
ਮੋਦੀ ਤੇ ਹੋਰਾਂ ਦੇ ਪੁਤਲੇ ਫੂਕਣ ਦਾ, ਉਹ ਵਧਾ ਕੇ ਦੁਸਹਿਰੇ ਕਰਕੇ 16 ਕਰਤਾ। ਕੱਲ 10 ਤੋਂ 4 ਵਜੇ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਰੇਲ ਪਟੜੀਆਂ ਤੇ ਬੈਠ ਕੇ ਰੇਲਾਂ ਰੋਕਣਗੇ। ਇਹਦੇ ਲਈ ਜੇ ਕਿਸੇ ਨੂੰ ਅਸੁਵਿਧਾ ਹੁੰਦੀ ਹੈ, ਉਹਨਾਂ ਨੇ ਪਹਿਲਾਂ ਹੀ ਮਾਫੀ ਮੰਗ ਲਈ ਹੈ, ਲੇਕਿਨ ਉਹ ਕਹਿੰਦੇ ਵੀ ਸਾਡਾ ਦੇਖੋ ਜਿਨ੍ਹਾਂ ਦਾ ਭਵਿੱਖ ਖਤਮ ਹੋ ਰਿਹਾ, ਇਹ ਜ਼ਮੀਨਾਂ ਹੀ ਖਤਮ ਹੋ ਜਾਣਗੀਆਂ ਤਾਂ ਸਾਡਾ ਭਵਿੱਖ ਬਚਣਾ ਨਹੀਂ। ਤਾਂ ਇਹ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਇਹਨੇ ਅਜੇ ਤੱਕ ਉੱਥੇ ਗਿਆ ਨਹੀਂ। ਅਜੇ ਤੱਕ ਲਖੀਮਪੁਰ ਘਟਨਾ ਜਿਹੜੀ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ, ਉਹਨੂੰ ਪੁੱਠੀ ਰੰਗਤ ਦੇਣ ਤੇ ਗੋਦੀ ਮੀਡੀਆ ਨੇ ਪੂਰਾ ਜ਼ੋਰ ਲਾਤਾ। ਆ ਜਿਹੜੀ ਸਿੰਘੂ ਘਟਨਾ ਵਾਪਰੀ, पूरा खालिस्तानियों ने ये किया, खालिस्तानियों ने वो किया, तो सिखों ने उग्र होके ऐसे कर दिया। सो ये पासे तुरे है। अजे भी सुख रखे कि ये सुखी सांदी मसला हल हो जाए तो लोग अपने घरां नूं परत आउण, नहीं तो फिर जिहड़ी वोट की चोट है वो इस सरकार दे उत्ते जरूर बजेगी जिवें पश्चिमी बंगाल दे विच बजी। जी बिल्कुल, ढिल्लों साहब डल्लेवाल साहब वालों भी इस मामले की उच्च पद्धरी जांच का ਮੰਗ ਕੀਤੀ ਗਈ ਹੈ कि जांच करवाई जाए इस मामले की, जो कुछ ਸਿੰਘੂ ਬਾਰਡਰ ਦੇ ਉੱਤੇ ਵਾਪਰਿਆ। ਸਾਡੇ ਗ੍ਰਹਿ ਮੰਤਰੀ ਨੇ ਵੀ ਕਿਹਾ ਕਿ ਹਾਈ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਤੋਂ ਇਹਦੀ ਜਾਂਚ ਕਰਾਈ ਜਾਵੇ। ਜੀ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਸ਼ੁਕਰੀਆ, ਮਿਹਰਬਾਨੀ। ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜਾ ਸਾਡੇ ਇਸ ਪ੍ਰੋਗਰਾਮ ਨੂੰ ਪੂਰਾ ਪਿਆਰ ਦੇ ਰਹੇ ਨੇ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਰੋਜ਼ਾਨਾ ਅਸੀਂ ਤੁਹਾਡੀ ਕਚਹਿਰੀ 'ਚ ਲੈ ਕੇ ਹਾਜ਼ਰ ਹੁੰਦੇ ਹਾਂ। ਇਸੇ ਤਰ੍ਹਾਂ ਕੱਲ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।